Hello, friends. Today we are going to do the second part of meanings and sentences of difficult words in the essay Toasted English by R.K. Narayan. First word is ado, ਜਿਸਨੂੰ ਕਿ ਇਸ ਐਸੇ ਦੇ ਵਿੱਚ ਐਜ਼ ਅ ਨਾउन ਯੂਜ਼ ਕੀਤਾ ਗਿਆ ਜਿਸ ਦਾ ਮੀਨਿੰਗ ਹੈ ਫਸ ਔਰ ਅਨਨੈਸੈਸਰੀ ਡਿਲੇ ਮੀਨਸ ਵਿਦਆਊਟ ਐਨੀ ਰੀਜ਼ਨ ਕਿਸੇ ਚੀਜ਼ ਨੂੰ ਡਿਲੇ ਕਰਨਾ ਸੈਂਟੈਂਸ ਤੁਸੀਂ ਬੇਟਾ ਇਸ ਦਾ ਬਣਾ ਸਕਦੇ ਹੋ without further ado he began the presentation. Second word is gape. ਇਸ ਐਸੇ ਦੇ ਵਿੱਚ ਗੇਪਿੰਗ ਵਰਡ ਯੂਜ਼ ਕੀਤਾ ਗਿਆ ਵਰਬ ਹੈ ਇਹ ing ਨਾਲ ਲਗਾਇਆ ਹੋਇਆ ਇਟ ਮੀਨਸ ਸਟੇਅਰਿੰਗ ਵਿਦ ਮਾਊਥ ਓਪਨ ਯੂਜ਼ਲੀ ਇਨ ਸਰਪ੍ਰਾਈਜ਼ ਇਹ ਹੈਰਾਨੀ ਦੇ ਵਿੱਚ ਜਦੋਂ ਆਪਾਂ ਸਟੇਅਰ ਕਰਦੇ ਹਾਂ ਘੂਰਦੇ ਹਾਂ ਕਿਸੇ ਚੀਜ਼ ਨੂੰ ਔਰ ਆਪਣਾ ਮਾਊਥ ਖੁੱਲ੍ਹਾ ਰਹਿ ਜਾਂਦਾ ਹੈ ਉਸਨੂੰ ਗੇਪ ਕਿਹਾ ਜਾਂਦਾ ਹੈ ਸੈਂਟੈਂਸ ਇਜ਼ he stood there gaping at the strange street performer. Next word is conceivable. Means ਕੋਈ ਵੀ ਚੀਜ਼ ਜਿਹੜੀ ਕਿ ਅਸੀਂ ਇਮੈਜਿਨ ਕਰ ਸਕੀਏ ਕਿਸੇ ਦੇ ਬਾਰੇ ਸੋਚ ਸਕੀਏ ਉਸਨੂੰ conceivable ਕਿਹਾ ਜਾਂਦਾ ਹੈ able to be imagined or thought of. Sentence is it's conceivable that he forgot your birthday. Comparatively confined. ਇਹ ਵਰਡ ਜਿਹੜਾ ਹੈ ਬੇਟਾ ਪ੍ਰੋਪਰਲੀ ਇਹ ਕਨਫਾਈਨ ਵਰਡ ਹੈ ਜਿਸ ਦਾ ਮੀਨਿੰਗ ਹੁੰਦਾ ਰਿਸਟ੍ਰਿਕਸ਼ਨ ਰਿਸਟ੍ਰਿਕਟਿਡ ਕਰਨਾ ਕਿਸੇ ਚੀਜ਼ ਨੂੰ ਜਦੋਂ ਆਪਾਂ ਇਹਦੇ ਨਾਲ ਕੰਪੈਰੀਟਿਵਲੀ ਵਰਡ ਲਗਾ ਦਿੰਦੇ ਹਾਂ ਤਾਂ ਉਹ ਕਿਸੇ ਕੰਪੈਰੀਜ਼ਨ ਦੇ ਵਿੱਚ ਲਿਮਿਟੇਸ਼ਨ ਦੀ ਗੱਲ ਆ ਜਾਂਦੀ ਹੈ ਮੀਨਿੰਗ ਤੁਸੀਂ ਇਸ ਦਾ ਲਿਖ ਸਕਦੇ ਹੋ ਲਿਮਿਟਿਡ ਔਰ ਰਿਸਟ੍ਰਿਕਟਿਡ ਇਨ ਸਕੋਪ ਕੰਪੇਅਰ ਟੂ ਅਦਰ ਪੋਸੀਬਿਲਿਟੀਜ਼ ਔਰ ਸੈਂਟੈਂਸ ਹੈ English had a comparatively confined role in India, mostly in formal areas like education and law. Then we have assimilate, a भी verb है जिसका meaning ਹੁੰਦਾ to absorb and incorporate, अपने आप ਦੇ ਵਿੱਚ ਸਮਾ ਲੈਣਾ, absorb ਕਰ ਲੈਣਾ ਅੱਛੀ ਤਰ੍ਹਾਂ. Sentence can be English in India must assimilate Indian idioms and expressions to become more relatable. Mongrelization. Mongrelization is the mixing of languages or cultures in a way that's seen as impure or degraded. ਬਟ ਇਹ ਜਿਹੜਾ ਵਰਡ ਹੈ ਥੋੜ੍ਹਾ ਜਿਹਾ ਇਸ ਐਸੇ ਦੇ ਵਿੱਚ ਇਸ ਨੂੰ ਨੈਗੇਟਿਵ ਮੀਨਿੰਗ ਲਿਆ ਗਿਆ ਇਸ ਦਾ ਕਿਉਂਕਿ ਆਪਾਂ ਲੈਂਗੁਏਜ ਦੀ ਗੱਲ ਕਰ ਰਹੇ ਹਾਂ ਕਲਚਰ ਦੀ ਗੱਲ ਕਰ ਰਹੇ ਹਾਂ ਤਾਂ ਇਹ ਉਸ ਕੰਟੈਕਸਟ ਦੇ ਵਿੱਚ ਯੂਜ਼ ਕੀਤਾ ਗਿਆ ਅਤੇ ਮੌਂਗਰਲਾਈਜੇਸ਼ਨ ਦਾ ਵੈਸੇ ਜਨਰਲ ਮੀਨਿੰਗ ਹੁੰਦਾ ਮਿਕਸਚਰ ਅਤੇ ਇਹ ਨੈਗੇਟਿਵ ਸੈਂਸ ਦੇ ਵਿੱਚ ਇਸ ਤਰ੍ਹਾਂ ਯੂਜ਼ ਕੀਤਾ ਗਿਆ ਕਿ ਕੁਛ ਜਿਹੜੀ ਇੰਪਿਓਰ ਹੈ ਚੀਜ਼ ਉਸ ਦੇ ਵਾਸਤੇ ਕਿਹਾ ਗਿਆ ਹੈ ਬਟ ਜੇ ਤੁਸੀਂ ਇਸ ਨੂੰ ਅੱਜ ਦੇ ਟਾਈਮ ਦੇ ਵਿੱਚ ਦੇਖੋ ਤਾਂ ਮੌਂਗਰਲਾਈਜੇਸ਼ਨ ਵਰਡ ਜੋ ਹੈ ਉਹ ਟਰਾਂਸਨੈਸ਼ਨਲਿਜ਼ਮ ਦੇ ਵਿੱਚ ਇੱਕ ਅੱਛੀ ਗੱਲ ਮੰਨੀ ਜਾਂਦੀ ਹੈ ਪਰ ਕਿਉਂਕਿ ਆਪਾਂ ਇਸ ਐਸੇ ਦੇ ਕੰਟੈਕਸਟ ਦੇ ਵਿੱਚ ਗੱਲ ਕਰ ਰਹੇ ਹਾਂ ਤਾਂ ਇਹ ਆਪਾਂ ਇਸ ਨੂੰ ਇੱਕ ਇੰਪਿਓਰਿਟੀ ਦੀ ਸੈਂਸ ਦੇ ਵਿੱਚ ਲਵਾਂਗੇ ਸੋ ਦ ਸਪੀਕਰ ਵਾਰਨਡ ਅਗੇਂਸਟ ਦ ਮੌਂਗਰਲਾਈਜੇਸ਼ਨ ਆਫ ਇੰਗਲਿਸ਼ ਪ੍ਰੀਫਰਿੰਗ ਅ ਡਿਗਨੀਫਾਈਡ ਲੋਕਲਾਈਜ਼ਡ ਵਰਜ਼ਨ ਸਵਦੇਸ਼ੀ ਬਹੁਤ ਹੀ ਸਿੰਪਲ ਜਿਹਾ ਵਰਡ ਹੈ ਔਰ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਸੋ ਇਟਸ ਅ ਨੇਟਿਵ ਔਰ ਲੋਕਲ ਟੂ ਇੰਡੀਆ originally part of the Indian independence movement emphasizing self-reliance. This sentence ਤੁਸੀਂ ਇਸ ਤਰ੍ਹਾਂ ਬਣਾ ਸਕਦੇ ਹੋ He suggested that our English should carry a Swadeshi identity just like local fabrics or crafts. Bazaar status, a term used here metaphorically to describe English as it is used informally or commercially in non-native regions. ਇਹ ਟਰਮ ਜੋ ਹੈ ਇਟਸ ਅ ਫਰੇਜ਼ ਇਸਨੂੰ ਉਸ ਸੈਂਸ ਮੈਟਾਫੋਰਿਕਲੀ ਯੂਜ਼ ਕੀਤਾ ਗਿਆ ਹੈ ਇਸ ਐਸੇ ਦੇ ਵਿੱਚ ਜਿਹੜਾ ਕਿ ਇਹ ਦੱਸਦਾ ਹੈ ਕਿ ਇੰਗਲਿਸ਼ ਦਾ ਜੋ ਸਟੇਟਸ ਹੈ ਉਹ ਇੱਕ ਟਰੇਡ ਦੇ ਨਾਲ ਜੁੜਿਆ ਹੋਇਆ ਹੈ ਇੱਕ ਕਮਰਸ਼ੀਅਲ ਸਟੇਟਸ ਦੀ ਗੱਲ ਕਰ ਰਿਹਾ ਹੈਗਾ ਔਰ ਪਰਟੀਕੂਲਰਲੀ ਉਸ ਰੀਜਨਸ ਦੇ ਵਿੱਚ ਜਿੱਥੇ ਇੰਗਲਿਸ਼ ਨਹੀਂ ਬੋਲੀ ਜਾਂਦੀ sentence can be in many countries English has a bazaar status used for trade or convenience rather than precision. Halls of learning,
educational institutions like schools and universities. So, for decades, English remained trapped in the halls of learning and had little presence in daily Indian life. But a simple the meaning है इसका Bharat brand of English, a uniquely Indian version of English that reflects Indian culture and life. ਸੋ ਆਰ ਕੇ ਨਾਰਾਇਣ ਆਪਣੇ ਇਸ ਐਸੇ ਦੇ ਵਿੱਚ ਭਾਰਤ ਬ੍ਰਾਂਡ ਆਫ ਇੰਗਲਿਸ਼ ਦੀ ਹੀ ਗੱਲ ਕਰਦਾ ਹੈਗਾ, ਜੋ ਕਿ ਆਪਾਂ ਨੂੰ ਇਸ ਫਰੇਜ਼ ਤੋਂ ਹੀ ਕਲੀਅਰ ਹੋ ਰਿਹਾ ਕਿ ਉਹ ਬ੍ਰਾਂਡ ਜਿਹੜਾ ਕਿ ਭਾਰਤ ਵਾਲਾ ਹੋਵੇ, ਕਿ ਜਿਸ ਦੇ ਵਿੱਚ ਇੱਕ ਇੰਡੀਅਨ ਕਲਚਰ ਔਰ ਲਾਈਫ ਦੀ ਰਿਫਲੈਕਸ਼ਨ ਮਿਲਦੀ ਹੋਵੇ। ਸੈਂਟੈਂਸ ਹੋ ਸਕਦਾ, the speaker argued that a Bharat brand of English should reflect the way ordinary Indians live and speak. The dusty street, marketplace, and under the banyan tree. So again, it's a metaphor. ਕਿਸ ਦੇ ਲਈ? Everyday life, informal public spaces in India. ਕਿ ਉਹਨਾਂ ਦੇ ਵਾਸਤੇ ਇਹ ਪੂਰਾ ਫਰੇਜ਼ ਜਿਹੜਾ ਹੈ ਯੂਜ਼ ਕੀਤਾ ਗਿਆ। He believed English should move beyond classrooms and reach the dusty street, marketplace and under the banyan tree, ਜਿਸ ਨੂੰ ਆਪਾਂ ਆਪਣੀ ਪੰਜਾਬੀ ਦੇ ਵਿੱਚ ਸੱਥ ਬੋਲ ਦਿੰਦੇ ਹਾਂ। ਤਾਂ ਉਹ ਉਸ ਸੈਂਸ ਦੇ ਵਿੱਚ ਯੂਜ਼ ਕੀਤਾ ਗਿਆ ਕਿ ਇੰਗਲਿਸ਼ ਨੂੰ ਇੱਕ ਆਮ ਬੰਦੇ ਤੱਕ ਪਹੁੰਚਣਾ ਚਾਹੀਦਾ ਹੈਗਾ। Adopt the complexion of our life. So is the meaning है reflect the culture, habits and everyday realities of Indian society. Sentence can be, a local version of English must adopt the complexion of our life to stay relevant. Madras handloom check shirt. A popular traditional cotton shirt with check patterns from Tamil Nadu. A sentence ਤੁਸੀਂ ਇਸ ਦਾ ਬਣਾ ਸਕਦੇ ਹੋ, ਭਾਰਤ ਇੰਗਲਿਸ਼ should be as uniquely Indian as a Madras handloom check shirt. Tirupati doll, a traditional handmade doll associated with Indian craft and temple culture. और sentence है, the idea was to give English a character that is distinctly Indian like a Tirupati doll. ਇਹ ਜੋ ਸਾਰੇ ਫਰੇਜ਼ਿਸ ਨੇ, ਤ੍ਰਿਪਤੀ ਡੋਲ, ਮਦਰਾਸ ਹੈਂਡਲੂਮ ਚੈੱਕ ਸ਼ਰਟ, ਕੰਪਲੈਕਸ਼ਨ ਆਫ ਆਰ ਲਾਈਫ, ਡਸਟੀ ਸਟਰੀਟ, ਭਾਰਤ ਬ੍ਰਾਂਡ, ਹਾਲਸ ਆਫ ਲਰਨਿੰਗ, ਬਾਜ਼ਾਰ ਸਟੇਟਸ, ਸਵਦੇਸ਼ੀ, ਇਹ ਸਾਰੇ ਫਰੇਜ਼ਿਸ ਜੋ ਨੇ ਬੇਟਾ ਤੁਸੀਂ ਇਹਨੂੰ ਆਪਣੇ ਆਨਸਰ ਦੇ ਵਿੱਚ ਯੂਜ਼ ਕਰਨਾ ਹੈ। ਕਿ ਜੇ ਤੁਹਾਨੂੰ ਕੁਐਸਚਨ ਭਾਰਤ ਬ੍ਰਾਂਡ ਆਫ ਇੰਗਲਿਸ਼ ਆਉਂਦਾ ਹੈ ਇਸ ਐਸੇ ਦੇ ਵਿੱਚੋਂ, ਤਾਂ ਤੁਸੀਂ ਇਹ ਸਾਰੇ ਮੀਨਿੰਗਸ ਔਰ ਸੈਂਟੈਂਸਿਸ ਵੀ ਜੋ ਨੇ ਆਪਣੇ ਆਨਸਰ ਦੇ ਵਿੱਚ ਯੂਜ਼ ਕਰ ਸਕਦੇ ਹੋ, ਕਿਉਂਕਿ ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ ਬੇਟਾ। ਕਿ ਇਹ ਫਰੇਜ਼ਿਸ ਜਿਹੜੇ ਨੇ ਚਾਹੇ ਤੁਹਾਨੂੰ ਐਜ਼ ਏ ਮੀਨਿੰਗ ਡਿਫਿਕਲਟ ਵਰਡਸ ਦੇ ਤੌਰ 'ਤੇ ਨਾ ਆਵੇ, ਬਟ ਇਹ ਜਸਟ ਫॉर ਯੂਅਰ ਨੌਲੇਜ, ਫॉर ਯੂਅਰ ਇਨਫੋਰਮੇਸ਼ਨ ਕਿ ਇਹ ਤੁਹਾਡੇ ਆਨਸਰ ਦੇ ਵਿੱਚ ਯੂਜ਼ ਹੋ ਸਕਦੇ ਨੇ। ਸੋ ਇੰਨੇ ਕੁ ਵਰਡਸ ਜਿਹੜੇ ਸੀਗੇ ਉਹ ਆਪਣੇ ਇਸ ਐਸੇ ਦੇ ਵਿੱਚ ਇੰਪੋਰਟੈਂਟ ਨੇ, ਅਤੇ ਤੁਸੀਂ ਇਸ ਨੂੰ ਬੇਟਾ ਧਿਆਨ ਨਾਲ ਪੜ੍ਹਨਾ ਹੈ, ਰੱਟਾ ਨਹੀਂ ਮਾਰਨਾ, ਕੋਸ਼ਿਸ਼ ਇਹ ਕਰਨੀ ਹੈ ਕਿ ਤੁਸੀਂ ਇਸ ਨੂੰ ਸਮਝ ਕੇ ਆਪਣੀ ਲੈਂਗੁਏਜ ਦੇ ਵਿੱਚ, ਆਪਣੀ ਡੇਲੀ ਲਾਈਫ ਦੇ ਵਿੱਚ ਯੂਜ਼ ਕਰੋ। ਰਾਈਟ ਬੇਟਾ, ਸੋ ਥੈਂਕ ਯੂ ਫॉर ਵਾਚਿੰਗ, see you in the next video.